हाँ जी बच्चे, ਹੁਣ ਆਪਾਂ ਨਵੀਂ ਯੂਨਿਟ ਸਟਾਰਟ ਕਰਨ ਲੱਗੇ ਹਾਂ ਈਐਮ ਵੇਵਸ ਦਾ ਅੱਜ ਆਪਾਂ ਕਰਾਂਗੇ ਓਰੀਜਨ ਤੇ ਇੱਕ ਟਰਮ ਛੋਟੀ ਜੀ ਡਿਸਪਲੇਸਮੈਂਟ ਕਰੰਟ। ਛੋਟੀ ਜੀ ਨਹੀਂ ਵੈਸੇ ਇਹ ਮਤਲਬ ਵਧੀਆ ਟਰਮ ਆ ਜਦੋਂ ਸਮਝਣੀ ਹੋਵੇ। ਆਪਾਂ ਤੁਹਾਡੇ ਯਾਦ ਹੋਵੇ ਤਾਂ 3rd ਚੈਪਟਰ ਦੇ ਵਿੱਚ ਆਪਾਂ ਕੀਤਾ ਸੀ ਐਂਪੀਅਰ ਸਰਕਟ ਲਾਓ, ਯਾਦ ਹੋਵੇ ਤਾਂ ਐਂਪੀਅਰ ਸਰਕਟ ਲੋ ਕੀ ਕਹਿੰਦਾ ਸੀ ਇਹ ਐਂਪੀਅਰ ਸਰਕਟ ਲਾਓ ਆਪਾਂ ਨੂੰ। ਇਹ ਕੀ ਕਹਿੰਦਾ ਸੀ ਲਾਈਨ ਇੰਟੈਗਰਲ ਆਫ ਮੈਗਨੈਟਿਕ ਫੀਲਡ, ਲਾਈਨ ਇੰਟੈਗਰਲ ਆਫ ਮੈਗਨੈਟਿਕ ਫੀਲਡ ਉਹ ਇਕੁਅਲ ਹੋਊਗਾ ਕਿਹਦੇ ਮਿਊ ਟਾਈਮਸ ਆਫ ਕਰੰਟ। ਮੀਨਸ ਮੰਨ ਲਓ ਇਹਦੇ ਵਿੱਚ ਦੀ ਕਰੰਟ ਆਈ ਜਾ ਰਿਹਾ, ਇਹ ਮੈਗਨੈਟਿਕ ਫੀਲਡ ਇਸੇ ਸਾਈਡ ਨੂੰ ਹੋਊਗਾ, ਠੀਕ ਆ। ਰੂਲ ਲਾ ਕੇ ਦੇਖ ਲਓ ਤਾਂ ਇਹਦਾ ਲਾਈਨ ਇੰਟੈਗਰਲ ਕਰਾਂਗੇ ਤਾਂ ਉਹ ਕੀ ਹੋਊਗਾ ਮਿਊ ਟਾਈਮਸ ਆਫ ਕਰੰਟ। ਇਹੀ ਕਹਿ ਰਿਹਾ ਸੀ ਐਂਪੀਅਰ ਸਰਕਟ ਲੋ। ਇਹ ਗੱਲ ਕੀ ਕਰਦਾ ਸੀ ਇਹ ਲਾਈਨ ਇੰਟੈਗਰਲ ਸਾਡੇ ਕੋਲੇ ਕਲੋਜ਼ਡ ਪਾਥ ਜਾਂ ਕੰਟੀਨਿਊਸ ਕਰਵ ਦੀ ਗੱਲ ਕਰ ਰਿਹਾ ਸੀ ਆਪਣੇ ਕੋਲੇ, ਠੀਕ ਹੈ। ਪਰ ਹੁੰਦੀ ਕੀ ਪ੍ਰੋਬਲਮ ਆ, ਸਪੋਜ਼ ਕਰ ਲਓ ਮੇਰੇ ਕੋਲੇ ਇੱਕ ਸਰਕਟ ਹੈ, ਉਹ ਸਰਕਟ ਹੈਗਾ ਇੱਕ ਕਪੈਸਿਟਰ ਦੇ ਫੋਰਮ 'ਚ। ਮੰਨ ਲਓ ਇੱਕ ਇੱਥੇ ਚਾਰਜਡ ਕਪੈਸਿਟਰ ਪਿਆ, ਪੋਜ਼ਿਟਿਵ ਹੈ ਨਾ, ਇੱਧਰ ਨੈਗੇਟਿਵ ਆ। ਹੁਣ ਕੀ ਆ, ਪੋਜ਼ਿਟਿਵ ਟੂ ਨੈਗੇਟਿਵ ਸਾਡੇ ਕੋਲੇ ਪਤਾ ਕਰੰਟ ਜਾਂਦਾ ਹੁੰਦਾ, ਠੀਕ ਆ। ਚਾਰਜ ਦੂਜੀ ਸਾਈਡ ਨੂੰ ਮੂਵ ਕਰਦੇ ਆ, ਠੀਕ ਆ। ਤਾਂ ਇੱਥੋਂ ਤੱਕ ਤਾਂ ਠੀਕ ਆ ਵੀ ਇਲੈਕਟ੍ਰੋਨ ਇੱਧਰ ਨੂੰ ਇੱਥੋਂ ਤੱਕ ਮੂਵ ਕਰ ਗਿਆ ਅਤੇ ਕਰੰਟ ਇੱਧਰ ਮੂਵ ਕਰ ਗਿਆ। ਆਹ ਤਾਂ ਸਪੇਸ ਹੈ ਖਾਲੀ, ਕੀ ਸਰਕਟ ਪੂਰਾ ਹੋਊਗਾ? ਕੀ ਇਹਦੇ ਵਿੱਚ ਦੀ ਕਰੰਟ ਟੱਪੂਗਾ ਮੇਰੇ ਸਰਕਟ ਵਿੱਚ ਦੀ? ਜੇ ਆਪਾਂ ਹੁਣ ਤੱਕ ਜਿੰਨਾ ਵੀ ਪੜ੍ਹਿਆ ਉਸ ਤੋਂ ਤਾਂ ਲੱਗਦਾ ਨਹੀਂ ਟੱਪਣਾ, ਹੈ ਨਾ, ਉਸ ਤੋਂ ਲੱਗਦਾ ਨਹੀਂ ਟੱਪਣਾ। ਪਰ ਹੁੰਦਾ ਕੀ ਐਕਚੁਅਲ ਦੇ ਵਿੱਚ, ਇਹਦੇ ਵਿੱਚ ਕਰੰਟ ਪਾਸ ਹੁੰਦਾ ਕਿਵੇਂ? ਜਿਹੜਾ ਕਰੰਟ ਤਾਂ ਚਾਰਜਾਂ ਦੀ ਮੂਵਮੈਂਟ ਕਰਕੇ ਹੁੰਦਾ ਇੱਧਰ ਨੂੰ, ਇਸ ਨੂੰ ਅਸੀਂ ਨਾਮ ਦੇ ਦਿੰਦੇ ਹੁੰਦੇ ਹਾਂ ਕੰਡਕਸ਼ਨ ਕਰੰਟ। ਕਿਉਂ? ਇਹ ਜਦੋਂ ਚਾਰਜ ਮੂਵ ਕਰਨ ਲੱਗ ਜਾਂਦੇ ਆ ਉਦੋਂ ਕੀ ਆ ਸਾਡੇ ਕੋਲੇ ਕਰੰਟ ਆਉਂਦਾ, ਜਿਹੜਾ ਹੁਣ ਤੱਕ ਅਸੀਂ ਪੜ੍ਹਿਆ, ਠੀਕ ਆ, ਕੰਡਕਸ਼ਨ ਕਰੰਟ, ਠੀਕ ਹੈ। ਪਰ ਇੱਥੇ ਕੀ ਹੁੰਦਾ, ਜਦੋਂ ਹੁਣ ਆਪਾਂ ਕੋਈ ਕਪੈਸਿਟਰ ਨੂੰ ਚਾਰਜ ਕਰਦੇ ਹਾਂ, ਬਹੁਤ ਸਾਰਾ ਚਾਰਜ ਆ ਜਾਂਦਾ, ਉਹਦੇ ਉੱਤੇ ਚਾਰਜ ਆ ਜਾਂਦਾ, ਤਾਂ ਹੁਣ ਕੀ ਆ ਇਹਦੇ ਵਿੱਚ ਚਾਰਜਾਂ ਦਾ ਡਿਫਰੈਂਸ ਆ, ਇੱਧਰ ਪੋਜ਼ਿਟਿਵ ਆ ਨੈਗੇਟਿਵ ਆ, ਤਾਂ ਇਹਨਾਂ ਦੇ ਵਿੱਚ ਡਿਫਰੈਂਸ ਕਾਹਦਾ ਹੋ ਗਿਆ? ਇਲੈਕਟ੍ਰੀਕਲ ਫੀਲਡ। ਤਾਂ ਇਲੈਕਟ੍ਰੀਕਲ ਫੀਲਡ ਮੂਵ ਕਰਨ ਲੱਗ ਜਾਂਦਾ ਪੋਜ਼ਿਟਿਵ ਟੂ ਨੈਗੇਟਿਵ। ਇਲੈਕਟ੍ਰੀਕਲ ਫੀਲਡ ਦਾ ਕੁਛ ਨਾ ਕੁਛ ਇਹਨਾਂ ਦੇ ਵਿਚਾਲੇ ਹੋਊਗਾ ਹੀ ਹੋਊਗਾ, ਠੀਕ ਆ। ਜਿੱਥੇ ਚਾਰਜ ਆ ਚਾਰਜਸ ਦਾ ਇਲੈਕਟ੍ਰੀਕਲ ਫੀਲਡ ਤਾਂ ਹੁੰਦਾ ਹੀ ਆ, ਪੋਜ਼ਿਟਿਵ ਦਾ ਬਾਹਰ ਨੂੰ, ਨੈਗੇਟਿਵ ਦਾ ਅੰਦਰ ਨੂੰ, ਠੀਕ ਆ। ਇਟ ਮੀਨਸ ਇੱਥੇ ਇਲੈਕਟ੍ਰੀਕਲ ਫੀਲਡ ਹੋਊਗਾ ਹੀ ਹੋਊਗਾ, ਜ਼ਰੂਰੀ ਆ, ਠੀਕ ਆ ਜੀ, ਸਮਝ ਲੱਗ ਗਈ। ਇੱਥੇ ਹੁਣ ਇਲੈਕਟ੍ਰੀਕਲ ਫੀਲਡ ਹੈਗਾ, ਕਰੰਟ ਮੂਵ ਕਰਨ ਲੱਗ ਗਿਆ, ਕਰੰਟ ਮੂਵ ਕਰੂਗਾ ਤਾਂ ਚਾਰਜ ਵੀ ਮੂਵ ਕਰਨਗੇ। ਇਟ ਮੀਨਸ ਇਲੈਕਟ੍ਰੋਨ ਇੱਧਰੋਂ ਇੱਧਰ ਜਾਣ ਲੱਗ ਜਾਣਗੇ, ਠੀਕ ਆ। ਇਲੈਕਟ੍ਰੋਨ ਇੱਧਰੋਂ ਇੱਧਰ ਜਾਣ ਲੱਗ ਗਏ, ਇਟ ਮੀਨਸ ਇਹਦੇ ਵਿੱਚ ਚਾਰਜਾਂ ਦੇ ਵਿੱਚ ਕਮੀ ਆਉਣ ਲੱਗ ਗਈ। ਇੱਕ ਪਾਸੇ ਚਾਰਜਾਂ ਦੀ ਇਲੈਕਟ੍ਰੋਨਾਂ ਦੀ ਕਮੀ ਆਉਣ ਲੱਗ ਗਈ, ਇੱਕ ਪਾਸੇ ਇਲੈਕਟ੍ਰੋਨ ਜ਼ਿਆਦਾ ਆਉਣ ਲੱਗ ਗਏ। ਇਟ ਮੀਨਸ ਚਾਰਜਾਂ ਦੇ ਵਿੱਚ ਚੇਂਜ ਆਉਣ ਲੱਗ ਗਿਆ, ਚਾਰਜਾਂ ਦੀ ਅਮਾਊਂਟ ਦੇ ਵਿੱਚ ਚੇਂਜ ਆਉਣ ਲੱਗ ਗਿਆ। ਹੁਣ ਚਾਰਜਾਂ ਦੇ ਵਿੱਚ ਚੇਂਜ ਆਊਗਾ ਤਾਂ ਬੱਚੇ ਇਲੈਕਟ੍ਰੀਕਲ ਫੀਲਡ ਦੇ ਵਿੱਚ ਵੀ ਤਾਂ ਚੇਂਜ ਆਊਗਾ। ਟਾਈਮ ਦੇ ਅਕੋਰਡਿੰਗ ਇਲੈਕਟ੍ਰੀਕਲ ਫੀਲਡ ਦੇ ਵਿੱਚ ਵੇਰੀਏਸ਼ਨ ਪੈਦਾ ਹੋਊਗੀ, ਅਤੇ ਇਹ ਵੇਰੀਏਸ਼ਨ ਕੀ ਕਰਦੀ ਆ? ਇਹ ਵੇਰੀਏਸ਼ਨ ਸਾਡੀ ਮੈਗਨੈਟਿਕ ਫੀਲਡ ਵੀ ਪ੍ਰੋਡਿਊਸ ਕਰ ਦਿੰਦੀ ਆ ਇਸ ਜਗ੍ਹਾ ਦੇ ਉੱਤੇ, ਠੀਕ ਆ। ਜੇ ਆਪਾਂ 3 ਡਾਇਮੈਂਸ਼ਨਲ ਪਿਕਚਰ ਬਣਾਈਏ ਇਸ ਤਰ੍ਹਾਂ, ਮੰਨ ਲਓ ਆਹ 2 ਪਲੇਟਾਂ, ਤਾਂ ਇੱਧਰ ਨੂੰ ਸਾਡੇ ਕੋਲੇ ਕੀ ਆ ਇਲੈਕਟ੍ਰੀਕਲ ਫੀਲਡ। ਤਾਂ ਇਹ ਇਲੈਕਟ੍ਰੀਕਲ ਫੀਲਡ ਦੇ ਵਿੱਚ ਜਦੋਂ ਟਾਈਮ ਦੇ ਅਕੋਰਡਿੰਗ ਕੁਛ ਚੇਂਜ ਆਉਂਦਾ, ਕੋਈ ਨਾ ਕੋਈ ਚੇਂਜ ਆਉਂਦਾ, ਤਾਂ ਉੱਥੇ ਕੀ ਆ ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦਾ ਇਸ ਸਾਡੇ ਕੋਲੇ ਪਲੇਟ ਦੇ
ਆਪਾਂ ਕਹਿ ਸਕਦੇ ਹਾਂ ਸੇਮ ਪੈਰਲਰ ਦੇ ਹਿਸਾਬ ਨਾਲ, ਤੇ ਇਲੈਕਟ੍ਰੀਕਲ ਫੀਲਡ ਦੇ ਕੀ ਹੋ ਜਾਂਦਾ ਇਹ ਪਰਪੈਂਡੀਕੂਲਰ ਇਸ ਡਾਇਰੈਕਸ਼ਨ ਦੇ ਵਿੱਚ। ਠੀਕ ਆ, ਆਹ ਸਰਕੂਲਰ ਹੁੰਦਾ। ਠੀਕ ਹੈ ਜੀ, ਸਮਝ ਲੱਗ ਗਈ। ਹੁਣ ਇਲੈਕਟ੍ਰੀਕਲ ਫੀਲਡ ਵੀ ਆ ਗਿਆ ਮੇਰੇ ਕੋਲੇ, ਮੈਗਨੈਟਿਕ ਫੀਲਡ ਵੀ ਆ ਗਿਆ। ਜਦੋਂ ਇਲੈਕਟ੍ਰੀਕਲ ਫੀਲਡ ਤੇ ਮੈਗਨੈਟਿਕ ਫੀਲਡ ਇੰਟਰੈਕਟ ਕਰਨ ਲੱਗੇ ਹੁੰਦੇ ਆ ਤਾਂ ਇੱਥੇ ਇੱਕ ਖਾਸ ਤਰ੍ਹਾਂ ਦਾ ਕਰੰਟ ਪ੍ਰੋਡਿਊਸ ਹੁੰਦਾ। ਉਸੇ ਕਰੰਟ ਨੂੰ ਅਸੀਂ ਨਾਮ ਦਿੰਦੇ ਆ ਡਿਸਪਲੇਸਮੈਂਟ ਕਰੰਟ। ਇੱਥੇ ਕਰੰਟ ਪੈਦਾ ਹੁੰਦਾ ਡਿਸਪਲੇਸਮੈਂਟ ਕਰੰਟ। ਠੀਕ ਹੈ ਜੀ, ਸਮਝ ਆਈ ਇਸ ਗੱਲ ਦੀ। ਠੀਕ ਆ, ਤਾਂ ਐਂਪੀਅਰ ਸਰਕਿਟ ਲਾਅ ਨੇ ਤਾਂ ਸਾਡੇ ਕੋਲੇ ਇਹ ਗੱਲ ਕਹਿਤੀ। ਠੀਕ ਆ, ਉਹ ਉਹਨੇ ਕਹਿਤਾ ਵੀ ਇੱਕ ਸਰਕਿਟ ਦੇ ਵਿੱਚ ਜਿਹੜਾ ਮੈਗਨੈਟਿਕ ਫੀਲਡ ਆ ਉਹਦਾ ਲਾਈਨ ਇੰਟੈਗਰਲ ਡਾਇਰੈਕਟ ਮਿਊ ਟਾਈਮਸ ਹੋਊਗਾ ਕਰੰਟ ਦੇ। ਪਰ ਇੱਥੇ ਤਾਂ ਸਾਡੇ ਕੋਲੇ ਜਿਹੜਾ ਸਰਕਿਟ ਆ ਉਹ ਕੰਟੀਨਿਊਸ ਨਹੀਂ ਗਾ। ਠੀਕ ਆ, ਤਾਂ ਅਸੀਂ ਇਹਨੂੰ ਐਕਸਪਲੇਨ ਕਰਨ ਵਾਸਤੇ ਕੀ ਆ, ਦੋ ਸਰਫੇਸ ਲੈ ਲੈਂਦੇ ਹਾਂ। ਠੀਕ ਆ, ਦੋ ਸਰਫੇਸ ਲੈ ਲੈਂਦੇ ਹਾਂ, ਕਿਉਂਕਿ ਜੇ ਆਪਾਂ ਬੱਚੇ ਸਰਕਿਟ ਦੇ ਵਿੱਚ ਜਿੱਥੇ ਮਰਜ਼ੀ ਲੈ ਲਈਏ ਆਹ ਗੱਲ ਲਾਗੂ ਹੋਣੀ ਚਾਹੀਦੀ ਆ ਹੈ ਨਾ। ਠੀਕ ਆ, ਤਾਂ ਆਪਾਂ ਦੋ ਸਰਫੇਸ ਲੈ ਲਏ। ਮੰਨ ਲਓ ਇੱਕ ਇੱਥੇ ਸਰਫੇਸ ਬਣਾ ਲਿਆ, ਇੱਕ ਇੱਥੇ। ਇਹ ਮੰਨ ਲਓ 3 ਡਾਇਮੈਂਸ਼ਨਲ ਪਿਕਚਰ ਹੈ ਇਸ ਤਰ੍ਹਾਂ, ਤੁਹਾਡੀ ਬੁੱਕ 'ਤੇ ਵੀ ਬਣਿਆ ਇਸ ਤਰ੍ਹਾਂ। ਤਾਂ ਆਹ ਸਰਫੇਸ ਨੂੰ ਮੰਨ ਲਿਆ ਮੈਂ S1। ਹੁਣ S1 ਦੀ ਗੱਲ ਕਰੂੰਗਾ ਤਾਂ ਇੱਥੇ ਵਾਇਰ ਦੇ ਵਿੱਚ ਦੀ ਕਰੰਟ ਪਾਸ ਹੋਈ ਜਾਂਦਾ, ਆਹ ਗੱਲ ਲਾਗੂ ਹੋਈ ਜਾਂਦੀ ਆ। ਇਹ ਕਿੱਥੇ, ਸਰਫੇਸ S1 ਤੇ। ਪਰ ਜਦੋਂ ਮੈਂ ਗੱਲ ਇੱਥੇ ਲੈ ਕੇ ਆਊਂਗਾ, ਠੀਕ ਆ, ਇੱਥੇ ਕੋਈ ਕੰਡਕਸ਼ਨ ਕਰੰਟ ਤਾਂ ਪਾਸ ਨਹੀਂ ਹੋ ਰਿਹਾ। ਇੱਥੇ ਕੋਈ ਕੰਡਕਸ਼ਨ ਕਰੰਟ ਤਾਂ ਪਾਸ ਹੀ ਨਹੀਂ ਹੋ ਰਿਹਾ। ਕਿਉਂ? ਇੱਥੇ ਕਿਹੜਾ ਕੋਈ ਸਾਡੇ ਕੋਲੇ ਚਾਰਜ ਆ। ਕੰਡਕਸ਼ਨ ਕਰੰਟ ਕੀ ਹੁੰਦਾ ਸੀ? ਕੰਡਕਸ਼ਨ ਕਰੰਟ ਚਾਰਜਾਂ ਦੀ ਮੋਸ਼ਨ ਕਰਕੇ ਹੁੰਦਾ ਸੀ। ਇੱਥੇ ਕੰਡਕਸ਼ਨ ਕਰੰਟ ਦੀ ਵੈਲਿਊ ਕੀ ਆ? 0 ਆ, ਤਾਂ ਆ ਪਾਰਟ 0। ਹੁਣ ਆ ਪਾਰਟ 0 ਹੋ ਨਹੀਂ ਸਕਦਾ। ਇਟ ਮੀਨਸ ਸਾਡਾ ਆ ਜਿਹੜਾ ਲਾਸ ਸੀ ਆ ਇਹਦੇ ਵਿੱਚ ਕੋਈ ਨਾ ਕੋਈ ਇੱਥੇ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ। ਠੀਕ ਆ, ਤਾਂ ਕਰਕੇ ਕੀ ਆ, ਇੱਕ ਆਪਾਂ ਨਵਾਂ ਕੰਸੈਪਟ ਲੈ ਕੇ ਆਉਣੇ ਆ, ਡਿਸਪਲੇਸਮੈਂਟ ਕਰੰਟ। ਤਾਂ ਐਕਚੁਅਲ ਦੇ ਵਿੱਚ ਫਿਰ ਇਹ ਐਂਪੀਅਰ ਸਰਕਿਟ ਲਾਅ ਇਹ ਨਹੀਂ ਹੁੰਦਾ। ਐਕਚੁਅਲ ਦੇ ਵਿੱਚ ਜਿਹੜਾ ਐਂਪੀਅਰ ਸਰਕਿਟ ਲਾਅ ਹੁੰਦਾ, ਹੁਣ ਆਪਾਂ ਉਹਨੂੰ ਮੋਡੀਫਾਈ ਕਰ ਦਿੰਦੇ ਹਾਂ, ਚੇਂਜ ਕਰ ਦਿੰਦੇ ਹਾਂ, ਮੋਡੀਫਾਈਡ ਫਾਰਮ ਆਫ ਐਂਪੀਅਰ ਸਰਕਿਟ ਲਾਅ। ਐਕਚੁਅਲ ਦੇ ਵਿੱਚ ਇਹ ਜਿਹੜਾ ਲਾਈਨ ਇੰਟੈਗਰਲ ਹੁੰਦਾ ਉਹ ਮਿਊ ਟਾਈਮਸ ਹੁੰਦਾ ਟੋਟਲ ਕਰੰਟ ਦੇ। ਕਿਹੜਾ ਟੋਟਲ ਕਰੰਟ? ਕੰਡਕਸ਼ਨ ਕਰੰਟ ਪਲੱਸ ਡਿਸਪਲੇਸਮੈਂਟ ਕਰੰਟ ਪਲੱਸ ਡਿਸਪਲੇਸਮੈਂਟ ਕਰੰਟ। ਠੀਕ ਹੈ, ਆਹ ਨਵਾਂ ਕੰਸੈਪਟ ਸਾਡੇ ਕੋਲ ਨਿਕਲ ਕੇ ਆਇਆ ਆ ਸਾਰੀ ਥਿਓਰੈਟੀਕਲ ਪੋਰਸ਼ਨ ਤੋਂ। ਠੀਕ ਆ, ਵੀ ਜਦੋਂ ਇਹਦੇ ਵਿੱਚ ਸਾਡੇ ਕੋਲੇ ਅਸੀਂ ਸਰਕਿਟ ਨੂੰ ਜੋੜਦੇ ਹਾਂ ਤਾਂ ਉੱਥੇ ਕਾਹਦੀ ਇੱਕ ਹੀ ਚੀਜ਼ ਦਿਮਾਗ 'ਚ ਰੱਖਣੀ ਆ ਵੀ ਚਾਰਜ ਵੱਧਦੇ ਘਟਦੇ ਆ ਉਹਦੇ ਨਾਲ ਇਲੈਕਟ੍ਰੀਕਲ ਫੀਲਡ ਚੇਂਜ ਹੁੰਦਾ। ਜਦੋਂ ਇਲੈਕਟ੍ਰੀਕਲ ਫੀਲਡ ਦੇ ਵਿੱਚ ਚੇਂਜ ਆਉਂਦਾ ਤਾਂ ਮੈਗਨੈਟਿਕ ਫੀਲਡ ਦੇ ਵਿੱਚ ਵੀ ਆਊਗਾ। ਮੈਗਨੈਟਿਕ ਫੀਲਡ 'ਚ ਆਉਂਦਾ ਤਾਂ ਉੱਥੇ ਕਰੰਟ ਵੀ ਡੈਫੀਨੇਟਲੀ ਪ੍ਰੋਡਿਊਸ ਹੋਊਗਾ, ਸਪੇਸ ਦੇ ਵਿੱਚ ਕਰੰਟ ਪ੍ਰੋਡਿਊਸ ਹੋਊਗਾ। ਠੀਕ ਆ, ਤਾਂ ਉਹ ਕਰੰਟ ਦਾ ਨਾਮ ਦਿੰਦੇ ਹਾਂ ਅਸੀਂ ਡਿਸਪਲੇਸਮੈਂਟ ਕਰੰਟ। ਠੀਕ ਹੈ ਜੀ, ਸਮਝ ਆ ਗਈ? ਠੀਕ ਹੈ, ਤਾਂ ਇਹ ਸਾਰਾ ਦਾ ਸਾਰਾ ਹੀ ਇਹ ਕਹਾਣੀ ਜਿੰਨੀ ਵੀ ਸੀਗੀ ਐਂਪੀਅਰ ਨੇ ਨਹੀਂ ਦਿੱਤੀ ਸੀ ਜੀ, ਇਹ ਸੀਗਾ ਇੱਕ ਪਰਸਨ ਮੈਕਸਵੈਲ। ਠੀਕ ਹੈ, ਇਹ ਸਭ ਕੁਝ ਮੈਕਸਵੈਲ ਨੇ ਦੱਸਿਆ ਸੀਗਾ। ਠੀਕ ਆ, ਉਹਨੇ ਆਹ ਤਾਂ ਤੁਹਾਨੂੰ ਵੀ ਪਤਾ, ਜਿਹੜਾ ਕੰਡਕਸ਼ਨ ਕਰੰਟ ਆ ਉਹ ਤਾਂ ਸਾਨੂੰ ਪਤਾ ਹੀ ਆ। ਕੰਡਕਸ਼ਨ ਕਰੰਟ ਕੀ ਹੁੰਦਾ? ਚੇਂਜ ਇਨ ਚਾਰਜ ਪਾਸ ਥਰੂ ਸਰਕਿਟ ਵਿਦ ਰਿਸਪੈਕਟ ਟੂ ਟਾਈਮ। ਠੀਕ ਹੈ, ਪਰ ਸਾਡੇ ਕੋਲੇ ਡਿਸਪਲੇਸਮੈਂਟ ਕਰੰਟ ਦੀ ਵੈਲਿਊ ਕੀ ਹੁੰਦੀ ਹੈ? ਡਿਸਪਲੇਸਮੈਂਟ ਕਰੰਟ ਦੀ ਵੈਲਿਊ ਤੁਸੀਂ ਇੱਥੇ ਯਾਦ ਰੱਖ ਲਿਓ ਜੀ। ਇਹ ਡਿਸਪਲੇਸਮੈਂਟ ਕਰੰਟ ਕਾਹਦੇ ਕਰਕੇ ਪ੍ਰੋਡਿਊਸ ਹੁੰਦਾ? ਇਲੈਕਟ੍ਰੀਕਲ ਫੀਲਡ ਦੇ ਚੇਂਜ ਕਰਕੇ। ਇਲੈਕਟ੍ਰੀਕਲ ਫੀਲਡ ਦੇ ਚੇਂਜ ਕਰਕੇ। ਤਾਂ ਆਪਾਂ ਇੱਥੇ ਇਲੈਕਟ੍ਰੀਕਲ ਫਲਕਸ ਦਾ ਚੇਂਜ ਲਵਾਂਗੇ। ਇਲੈਕਟ੍ਰੀਕਲ ਫਲਕਸ ਚੇਂਜ ਵਿਦ ਰਿਸਪੈਕਟ ਟੂ ਟਾਈਮ। ਜਦੋਂ ਇਲੈਕਟ੍ਰੀਕਲ ਫੀਲਡ ਦੀ ਵੈਲਿਊ ਚੇਂਜ ਹੋਊਗੀ, ਇਲੈਕਟ੍ਰੀਕਲ ਫਲਕਸ ਦੀ ਵੈਲਿਊ ਤਾਂ ਚੇਂਜ ਹੋਣੀ ਆ। ਠੀਕ ਹੈ, ਤਾਂ ਸਾਡੇ ਕੋਲੇ ਓਵਰਆਲ ਰੂਲ ਕੀ ਬਣ ਗਿਆ? B.dl I, ਇਹਨੂੰ IC ਲਿਖ ਲਓ।
प्लस एप्सिलॉन नॉट डी फाई ई ओवर डी फाई टी। ठीक है जी, समझ आई इत्थों तक? हाँ जी, इत्थों तक पता लग गया। ठीक है जी, हुण इस तो अगे की करना ਆਪਾਂ चैक करना। हुण देखो जी, करंट मैं थोनों सर्किट दे विच कहता भी सर्किट दे विच दो तरह के करंट। हुण दो तरह के करंट आ, तो उन्हां दी वैल्यू वधदी घटदी तां नहीं, उन्हां दी वैल्यू तो सेम रहनी चाहिए आ, फिर ही साडा एम्पीयर सर्किट लॉ फॉलो होऊगा ना। ठीक है, ਉਹਨਾਂ ਦੀ ਵੈਲਿਊ ਕੀ ਆ, ਸੇਮ ਰਹਿੰਦੀ ਆ। ਜਿਹੜਾ ਸਾਡਾ ਕੰਡਕਸ਼ਨ ਕਰੰਟ ਹੁੰਦਾ ਤੇ ਜਿਹੜਾ ਸਾਡਾ ਡਿਸਪਲੇਸਮੈਂਟ ਕਰੰਟ ਹੁੰਦਾ ਉਹ ਸੇਮ ਹੁੰਦਾ। ਹੁਣ ਆਪਾਂ ਪ੍ਰੂਫ ਵੀ ਕਰਕੇ ਵੇਖਦੇ ਹਾਂ ਵੀ ਵਾਕਿਆ ਸੇਮ ਹੁੰਦਾ ਕਿ ਨਹੀਂ। ਡਿਸਪਲੇਸਮੈਂਟ ਕਰੰਟ ਦੀ ਵੈਲਿਊ ਕਿੰਨੀ ਹੁੰਦੀ ਹੈ ਜੀ, ਐਪਸਾਈਲਨ ਨੋਟ ਡੀ ਫਾਈ ਈ ਅਪੋਨ ਡੀ ਫਾਈ ਟੀ, ਸੌਰੀ ਡੀ ਟੀ। ਫਾਈ ਕੀ ਹੁੰਦਾ, ਇਲੈਕਟ੍ਰੀਕਲ ਫਲਕਸ ਦੀ ਵੈਲਿਊ ਅਕੋਰਡਿੰਗ ਟੂ ਗੌਸ ਥਿਓਰਮ ਉਹ ਕੀ ਹੁੰਦੀ ਸੀਗੀ, ਚਾਰਜ ਅਪੋਨ ਐਪਸਾਈਲਨ ਨੋਟ, ਜੇ याद होगी। ठीक है, तो आ इत्थे वैल्यू पुट कर दो जी, तो मेरे को की आजू एप्सिलॉन नॉट डी आई अपॉन एप्सिलॉन। हाँ जी, एप्सिलॉन की है बाहर आ जाऊगा, एप्सिलॉन नाल एप्सिलॉन तो घट ही हो जू, तो की बच जूगा मेरे को डी क्यू अपॉन डी टी। तो ये मेरे को की होंदा कंडक्शन करंट। इट मीनस की आ, जिहड़ा कंडक्शन करंट ते डिसप्लेसमेंट करंट आ उहदी वैल्यू एक दूजे दे सेम ही होंदी है। जिन्नी अमाउंट कंडक्शन करंट दी होगी उन्नी ही साडे कोले डिसप्लेसमेंट करंट दी होगी। ठीक है जी, समझ आई? ठीक है, इत्थों तक पता लग गया जी। हाँ जी, हुण जे आपां गल करिए यही दो सरफेस जिहड़े बनाए सी, इत्थे रूल किवें लागू हुंदा। इत्थे तां सानूं पता सी भी इस जगह ते तां साडे कोले आही लगना बी डॉट डी एल इज इक्वल टू म्यू नॉट आई, क्योंकि करंट कंडक्शन करंट पास कर रहा सी। ठीक है, एक्चुअल दे विच तां हुण आपां मोडिफिकेशन रूल आ बना लिया, म्यू नॉट आई सी प्लस आई डी। इस जगह ते कोई डिसप्लेसमेंट करंट भी तो नहीं होगा ना, इत्थे किहड़ा इलैक्ट्रिकल फील्ड चेंज हो रहा, इत्थे तां साडे कोले चार्जां दी मूवमेंट करके करंट आ। इलैक्ट्रिकल फील्ड तो इत्थे चेंज हुंदा, इत्थे साडे कोले कंडक्शन करंट है नहीं। ठीक है, इस जगह ते तां आई सी होगा, वैल्यू भावें एक दूजे दे इक्वल है, तो इस जगह ते की होगा म्यू नॉट आई डी। ठीक है जी, समझ लग गई? ए वाले सरफेस ते S2 जिहड़ा आपदे कोलों आपां हाइपोथेटिकल सरफेस मन्निया सी। ठीक है जी, समझ आ गई? क्लीयर है इत्थों तक? ठीक है जी, फिर कुछ छोटिया छोटिया टर्म नहीं कह सकते आपां, दो गल्लां असीं दिमाग दे विच रखणियां। वैसे तो आपां प्रूफ भी कर चुके हैं उहदे, वो किहड़ियां सब तो पहलां तां आपां गल करिए इस सर्किट दे विच। इस सर्किट दे विच जिहड़ा मेरा कंडक्शन करंट है ते जिहड़ा मेरा डिसप्लेसमेंट करंट आ, वो दोवें की आ, डिसकॉन्टीन्यूस आ। वो दोवें की आ, डिसकॉन्टीन्यूस, क्योंकि इत्थे तां साडे कोले कंडक्शन करंट आई जांदा ते स्पेस दे विच आके डिसप्लेसमेंट करंट शुरू हो जांदा। इत्थे डिसप्लेसमेंट आ, इत्थे कंडक्शन आ। जे आपां गल करके इत्थे कोई डिसप्लेसमेंट करंट हैगा नहीं हैगा, इट मीनस डिसप्लेसमेंट जीरो। ते कंडक्शन कित्थे जीरो हुंदा, स्पेस वाले पार्ट दे विच, जिहड़ा विचाले खाली थां। ठीक है जी, पर हुंदा की आ, जो दोवें चीज़ां दोवें मिल के सारे सर्किट नूं की बना दिंदियां,
ਕੰਟੀਨਿਊਸ ਸਰਕਿਟ। ਤਾਂ ਇਸੇ ਦੇ ਕਰਕੇ ਜਦੋਂ ਦੋਵੇਂ ਮਿਲ ਕੇ ਕੰਟੀਨਿਊਸ ਸਰਕਿਟ ਬਣਾਉਂਦੀਆਂ, ਇਸੇ ਕਰਕੇ ਸਾਡੇ ਸਰਕਿਟ ਦੇ ਵਿੱਚ ਕਰੰਟ ਆ ਜਿਹੜਾ ਪਾਸ ਹੁੰਦਾ। ਠੀਕ ਹੈ ਜੀ। ਹਾਂਜੀ, ਇਹ ਆਪਾਂ ਕਰ ਚੁੱਕੇ ਹਾਂ। ਡਿਸਪਲੇਸਮੈਂਟ ਕਰੰਟ ਆ ਜਿਹੜਾ ਉਹ ਇਕੁਅਲ ਹੁੰਦਾ ਕੰਡਕਸ਼ਨ ਕਰੰਟ ਦੇ। ਠੀਕ ਹੈ ਜੀ। ਤੇ ਆਹ ਵੀ ਮੈਂ ਤੁਹਾਨੂੰ ਦੱਸਤਾ, ਡਿਸਪਲੇਸਮੈਂਟ ਕਰੰਟ ਪ੍ਰੋਡਿਊਸ ਕਾਹਦੇ ਕਰਕੇ ਹੁੰਦਾ, ਕਿਉਂਕਿ ਉੱਥੇ ਇਲੈਕਟ੍ਰੀਕਲ ਫੀਲਡ ਦੀ ਵੈਲਿਊ ਚੇਂਜ ਹੁੰਦੀ ਆ। ਠੀਕ ਹੈ, ਟਾਈਮ ਵੈਰਿੰਗ ਇਲੈਕਟ੍ਰੀਕਲ ਫਲਕਸ। ਤੇ ਕੰਡਕਸ਼ਨ ਕਰੰਟ ਕਾਹਦੇ ਕਰਕੇ ਹੁੰਦਾ ਜੀ, ਕੰਡਕਸ਼ਨ ਕਰੰਟ ਸਾਡੇ ਕੋਲੇ ਚਾਰਜਾਂ ਦੇ ਮੋਸ਼ਨ ਕਰਕੇ ਹੁੰਦਾ ਜੀ। ਹਾਂਜੀ, ਇਹ ਸਾਰਾ ਸੀਗਾ ਸਾਡੇ ਕੋਲੇ ਡਿਸਪਲੇਸਮੈਂਟ ਕਰੰਟ ਦੀ ਸਟੋਰੀ। ਠੀਕ ਆ, ਇਹ ਡਿਸਪਲੇਸਮੈਂਟ ਕਰੰਟ ਕਿਉਂ ਕੀਤਾ, ਕੀ ਸਟੋਰੀ, ਕਾਹਤੋਂ ਵੀ ਆਪਾਂ ਇਹਦੇ ਬਾਰੇ ਸਟੱਡੀ ਕੀਤੀ। ਆਪਾਂ ਨੂੰ ਤਾਂ EM ਵੇਵ ਨਾਲ ਤਾਲੁਕ ਸੀਗਾ, ਹੈ ਨਾ। ਪਰ ਐਕਚੁਅਲ ਦੇ ਵਿੱਚ ਬੱਚੇ ਜਿਹੜੀਆਂ EM ਵੇਵ ਦੀ ਪ੍ਰੋਡਕਸ਼ਨ ਹੋਈ ਆ ਉਹ ਡਿਸਪਲੇਸਮੈਂਟ ਕਰੰਟ ਦੇ ਕਨਸੈਪਟ ਕਰਕੇ ਹੀ ਆਈਆਂ। ਠੀਕ ਆ, ਕਿਉਂ ਆਈਆਂ, ਦੇਖੋ ਜੀ। ਇੱਥੇ ਆਹ ਸਰਫੇਸ, ਹੁਣ ਇਕੱਲੇ ਡਿਸਪਲੇਸਮੈਂਟ ਕਰੰਟ ਦੀ ਗੱਲ ਕਰਦੇ ਹਾਂ ਆਪਾਂ। मैं कलियां आह प्लेटा नहीं बना लेना, चलो सर्कुलर प्लेट आ, सोच लो ये थोड़ियां ही दूर करके होर बना लेने आ रही। ठीक है, हुण बच्चे जदों साडे कोले इहदे विच दी करंट पास कर रहा, मैं तुहानूं कहता मैगनैटिक इलैक्ट्रिकल फील्ड की वैल्यू चेंज होंदी आ। पर इलैक्ट्रिकल फील्ड की डायरैक्शन किहड़ी है, जे ध्यान नाल देखिए तो अपने कोले इलैक्ट्रिकल फील्ड की डायरैक्शन की आ, ए वाला जिहड़ा प्लेट आ उहदे परपेंडिकुलर। इलैक्ट्रिकल फील्ड की डायरैक्शन की आ, इहदे परपेंडिकुलर। ठीक है जी, इहदे परपेंडिकुलर। तो हुण इलैक्ट्रिकल फील्ड चेंज होने करके इस डायरैक्शन दे विच मेरे कोले की आ मैगनैटिक फील्ड भी प्रोड्यूस हो रहा सी। आ की सी इलैक्ट्रिकल फील्ड ते आ की सी मैगनैटिक फील्ड। ठीक है, दोवें चीज़ां आ गईयां ते ये मैगनैटिक फील्ड इलैक्ट्रिकल फील्ड दे की आ परपेंडिकुलर। इलैक्ट्रिक ते मैगनैटिक एक दूजे दे परपेंडिकुलर आ। ठीक है, समझ लगी। ये चेंज भी हो रहे हैं, इन्हां दी वैल्यू भी वध घट रही है। क्यों वैल्यू वध घट रही है, क्योंकि चार्ज मूव कर रहे हैं। ठीक है, जदों हुण इलैक्ट्रिकल फील्ड ते मैगनैटिक फील्ड एक दूजे दे परपेंडिकुलर हुंदे आ ते उन्हां दी वैल्यू चेंज हुंदी आ, तां उत्थे कुछ तां होऊगा। तां उत्थे हुंदा की आ, उत्थे की आ, एक खास तरह दीयां वेव प्रोड्यूस हुंदियां। ठीक आ, वो दोवां दे फील्ड दे विच चेंज आउण करके। ठीक आ, ये वेव्स कादे करके प्रोड्यूस हुंदियां, ड्यू टू चेंज ऑफ इलैक्ट्रिकल एंड मैगनैटिक फील्ड। ठीक है जी, इन्हां दोवां दे चेंज आउण करके इत्थे एक वेव प्रोपेगेट हुंदियां। उन्हां वेव्स नूं असीं नाम दिंदे आ इलैक्ट्रोमैगनैटिक वेव्स, EM वेव्स। इलैक्ट्रोमैगनैटिक क्यों नाम तो आपां नूं क्लीयर आ, इलैक्ट्रिकल फील्ड दी भी गल आउंदी है इह च, मैगनैटिक फील्ड दी। जदों दोवें चेंज हुंदे आ तां उत्थे की आ, इह वेव्स प्रोड्यूस हुंदियां। ठीक है जी, समझ आई इस गल दी। ठीक है, किवें वेव्स साडे कोले प्रोड्यूस हो जांदियां। EM वेव दा ओरिजिन आ जिहड़ा वो मैक्सवैल दे गए सीगे। वो जस्ट उन्हां ने एक एग्जिस्टेंस कोई ना कोई वेव्स की गल दसदी सीगी बई इत्थों कोई ना कोई डेफिनेटली आ चीज़ हुंदी आ। पर एक्चुअल दे विच जिहड़ियां वेव्स दा एक्सपैरीमेंटली इन्हां ने थोरैटिकल पोर्शन की गल तां कर गए, पर एक्सपैरीमेंटली गांह जाके हर्ट्स ने कीती सीगी। ठीक है, उन्होंने हर्ट्स ने गांह जाके आप पढ़ांगे, उन्होंने एक एक्सपैरीमेंट किया, उत्थे वेव्स एक्चुअल च प्रोड्यूस भी कीतियां। इत्थे भी वेव्स प्रोड्यूस होणगियां। ठीक है, तो पर उन्होंने डिटेल दे विच कल्ला डिसप्लेसमेंट करंट ते बाकी इंपीयर सर्किट लाड़ दी मोडिफिकेशन बारे गल कीती सी। ठीक है जी, हाँ जी। तो फिर हुण इत्थे जिहड़ियां वेव्स प्रोड्यूस होणगियां
ਉਹ ਵੇਵਸ ਦੀ ਜਿਹੜੀ ਵੈਲੋਸਿਟੀ ਹੋਊਗੀ, ਸਪੀਡ ਹੋਊਗੀ, ਜਾਂ ਤਾਂ ਸਪੀਡ ਆਫ ਜਾਂ ਵੈਲੋਸਿਟੀ, ਕੁਛ ਮਰਜ਼ੀ ਕਹਿ ਲਓ, ਵੈਲੋਸਿਟੀ ਲਿਖ ਲਓ, ਚਲੋ ਵੈਲੋਸਿਟੀ ਆਫ EM ਵੇਵ ਉਹ ਹੋਊਗੀ ਕਿਹਦੇ ਇਕੁਅਲ, ਉਹ ਲਾਈਟ ਦੀ ਵੈਲੋਸਿਟੀ ਦੇ ਇਕੁਅਲ ਹੀ ਹੋਊਗੀ। ਜਾਂ ਆਪਾਂ ਲਿਖ ਦਿੰਦੇ ਹਾਂ 1/μ0 ਇੰਟੂ ਐਪਸਾਈਲਨ ਨੋਟ ਦਾ ਅੰਡਰ ਰੂਟ। ਮਿਊ ਨੋਟ ਕੀ ਸੀਗਾ ਜੀ ਸਾਡੇ ਕੋਲ ਮੈਗਨੈਟਿਕ ਪਰਮੇਬਿਲਿਟੀ, ਇਹ ਕੀ ਸੀ ਇਲੈਕਟ੍ਰੀਕਲ ਪਰਮਿਟਿਵਿਟੀ। ਠੀਕ ਆ, ਕੌਨਸਟੈਂਟ ਕਰਦੇ ਹੁੰਦੇ ਸੀ ਆਪਾਂ, ਬਸ ਉਹਨਾਂ ਦਾ ਰੈਸੀਪ੍ਰੋਕਲ ਕਰਨਾ ਤੇ ਨਾਲ ਅੰਡਰ ਰੂਟ। ਠੀਕ ਆ, ਸਮਝ ਲੱਗ ਗਈ। ਤਾਂ ਇਹਦੀ ਵੈਲਿਊ ਤਾਂ ਸਾਨੂੰ ਪਤਾ ਹੀ ਆ ਸਪੇਸ ਦੇ ਵਿੱਚ ਕਿੰਨੀ ਹੁੰਦੀ ਆ। ਠੀਕ ਆ, ਇਹ ਉਹਦੀ ਸਪੀਡ ਸੀਗੀ। ਠੀਕ ਆ ਜੀ, ਸਮਝ ਲੱਗ ਗਈ। ਹਾਂਜੀ, ਹਾਂਜੀ ਹੋਰ ਖਾਸ ਕੀ ਆ, ਇਹ ਤਾਂ ਗੱਲ ਕਰਦੇ ਸੀ ਅਸੀਂ ਵੈਕਿਊਮ ਦੇ ਵਿੱਚ। ਜੇ ਮੀਡੀਅਮ ਦੇ ਵਿੱਚ ਤਾਂ ਕੀ ਆਊਗਾ, ਪਰਮਿਟਿਵਿਟੀ ਐਂਡ ਪਰਮੇਬਿਲਿਟੀ ਇਨ ਮੀਡੀਅਮ, ਕਿਸੇ ਮੀਡੀਅਮ ਦੇ ਵਿੱਚ। ਠੀਕ ਆ ਜੀ, ਇੱਥੋਂ ਤੱਕ ਸਮਝ ਆਈ ਗੱਲ ਦੀ। ਤਾਂ ਜੇ ਗੱਲ ਕਰੀਏ ਹੁਣ, ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀਗੀ ਬਈ ਜਿਵੇਂ ਜਿਵੇਂ ਇਲੈਕਟ੍ਰੀਕਲ ਫੀਲਡ ਦੀ ਵੈਲਿਊ ਚੇਂਜ ਹੁੰਦੀ ਆ, ਉਵੇਂ ਉਵੇਂ ਮੈਗਨੈਟਿਕ ਫੀਲਡ ਦੀ ਵੈਲਿਊ ਵੀ ਚੇਂਜ ਹੁੰਦੀ ਆ ਐਟ ਪਾਰਟੀਕੂਲਰ ਇੰਸਟੈਂਟ। ਕਿਸੇ ਪਾਰਟੀਕੂਲਰ ਟਾਈਮ ਦੇ ਉੱਤੇ ਉਹਨਾਂ ਨੇ ਦੇਖਿਆ, ਪਾਰਟੀਕੂਲਰ ਇੰਸਟੈਂਟ 'ਤੇ ਜਿਹੜੀ ਰੇਸ਼ੋ ਆਫ ਇਲੈਕਟ੍ਰੀਕਲ ਅਤੇ ਮੈਗਨੈਟਿਕ ਫੀਲਡ ਸੀ ਉਹ ਹਮੇਸ਼ਾ ਕੌਨਸਟੈਂਟ ਰਹਿੰਦੀ ਸੀਗੀ। ਅਤੇ ਉਹ ਕੌਨਸਟੈਂਟ ਕਿਹਦੇ ਇਕੁਅਲ ਸੀ, ਉਹ ਸਾਡੀ ਸੀ ਦੇ ਇਕੁਅਲ ਹੀ ਹੁੰਦੀ ਸੀਗੀ ਸਪੀਡ ਆਫ ਲਾਈਟ ਦੀ। ਇਹ ਫਾਰਮੂਲਾ ਵੀ ਤੁਸੀਂ ਦਿਮਾਗ ਦੇ ਵਿੱਚ ਰੱਖਣਾ। ਠੀਕ ਹੈ ਜੀ, ਸਮਝ ਆਈ। ਇਹ ਵਾਲਾ ਇਹ ਵਾਲਾ। ਠੀਕ ਆ, ਇਸ ਤੋਂ ਬਾਅਦ ਜੀ ਅਸੀਂ ਗੱਲ ਕਰਦੇ ਹਾਂ ਐਵਰੇਜ ਐਨਰਜੀ। ਹਾਂਜੀ, ਐਵਰੇਜ ਐਨਰਜੀ ਬਿਟਵੀਨ ਕਪੈਸਿਟਰ। ਠੀਕ ਆ, ਐਵਰੇਜ ਐਨਰਜੀ। ਐਵਰੇਜ ਐਨਰਜੀ ਦਾ ਕੰਸੈਪਟ ਕਿਉਂ ਕਰ ਰਹੇ ਹਾਂ, ਦੇਖੋ ਬੱਚੇ, ਜਦੋਂ ਇਲੈਕਟ੍ਰੀਕਲ ਫੀਲਡ ਅਤੇ ਮੈਗਨੈਟਿਕ ਫੀਲਡ ਦੀ ਵੈਲਿਊ ਚੇਂਜ ਹੁੰਦੀ ਆ, ਤਾਂ ਜੇ ਗੱਲ ਕਰੀਏ ਇਲੈਕਟ੍ਰੀਕਲ ਐਨਰਜੀ ਅਤੇ ਮੈਗਨੈਟਿਕ ਫੀਲਡ ਕਰਕੇ ਜਿਹੜੀ ਐਨਰਜੀ ਪ੍ਰੋਡਿਊਸ ਹੁੰਦੀ ਆ, ਉਹਨਾਂ ਦੀ ਵੈਲਿਊ ਦੇ ਵਿੱਚ ਚੇਂਜ ਤਾਂ ਆਉਂਦਾ ਹੋਊਗਾ। ਚੇਂਜ ਆਉਂਦਾ ਹੋਊਗਾ ਤਾਂ ਸੋ ਆਪਾਂ ਸਿਰਫ ਅਤੇ ਸਿਰਫ ਉਹਦੀ ਐਵਰੇਜ ਵੈਲਿਊ ਲੈਂਦੇ ਹਾਂ। ਠੀਕ ਆ, ਐਵਰੇਜ ਵੈਲਿਊ ਆਫ ਇਲੈਕਟ੍ਰੀਕਲ ਫੀਲਡ, ਐਵਰੇਜ ਐਨਰਜੀ ਇਲੈਕਟ੍ਰੀਕਲ ਫੀਲਡ ਦੀ ਕੀ ਹੁੰਦੀ ਸੀਗੀ, ਉਹ ਕੀ ਹੁੰਦੀ ਸੀਗੀ 1/2 ਮਿਊ ਟਾਈਮਸ E ਸਕੁਏਅਰ। ਠੀਕ ਹੈ, ਇਹ ਪਹਿਲਾਂ ਕੀਤੀ ਸੀਗੀ ਆਪਾਂ ਦਿਮਾਗ ਦੇ ਵਿੱਚ, ਨਹੀਂ ਤਾਂ ਫਾਰਮੂਲਾ ਲਰਨ ਕਰ ਲਓ ਇੱਕ ਵਾਰੀ। ਠੀਕ ਹੈ, ਤਾਂ ਇਲੈਕਟ੍ਰੀਕਲ ਫੀਲਡ ਦੇ ਕਰਕੇ ਇਹ ਐਨਰਜੀ ਹੁੰਦੀ ਸੀਗੀ। ਅਤੇ ਹੁਣੇ ਆਪਾਂ ਇਹ ਕੰਸੈਪਟ ਕੀਤਾ ਸੀ ਡਿਸਪਲੇਸਮੈਂਟ ਕਰੰਟ ਦੇ ਵਿੱਚ ਵੀ ਜਿਵੇਂ ਜਿਵੇਂ ਇਲੈਕਟ੍ਰੀਕਲ ਫੀਲਡ ਦੀ ਵੈਲਿਊ ਚੇਂਜ ਹੁੰਦੀ ਆ ਤਾਂ ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦਾ। ਇਟ ਮੀਨਸ ਇਹ ਦੋਵੇਂ ਕੀ ਆ, ਇੱਕ ਦੂਜੇ ਨਾਲ ਕੋਰਿਲੇਟਡ ਹੈ। ਇਲੈਕਟ੍ਰੀਕਲ ਫੀਲਡ ਚੇਂਜ ਹੋਊ ਤਾਂ ਮੈਗਨੈਟਿਕ ਫੀਲਡ ਚੇਂਜ ਹੋਊ। ਜੇ ਵੈਲਿਊ ਇਹਦੇ ਵਿੱਚ ਕੁਛ ਚੇਂਜ ਆਇਆ ਤਾਂ ਉਹਦੇ ਵਿੱਚ ਵੀ ਜਿੰਨਾ ਓਨਾ ਹੀ ਚੇਂਜ ਆਉਣਾ ਹੀ ਆਉਣਾ। ਇਟ ਮੀਨਸ ਆਪਾਂ ਕਹਿ ਸਕਦੇ ਹਾਂ ਵੀ ਇਹਦੀ ਇਲੈਕਟ੍ਰੀਕਲ ਫੀਲਡ ਚੇਂਜ ਹੋਣ ਨਾਲ ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦਾ, ਤਾਂ ਐਵਰੇਜ ਐਨਰਜੀ ਆਫ ਇਲੈਕਟ੍ਰੀਕਲ ਫੀਲਡ ਅਤੇ ਐਵਰੇਜ ਐਨਰਜੀ ਆਫ ਮੈਗਨੈਟਿਕ ਫੀਲਡ ਇੱਕ ਦੂਜੇ ਦੇ ਇਕੁਅਲ ਹੋਣਗੇ। ਇਲੈਕਟ੍ਰੀਕਲ ਫੀਲਡ ਦੀ ਐਨਰਜੀ ਅਤੇ ਮੈਗਨੈਟਿਕ ਫੀਲਡ ਦੀ ਐਨਰਜੀ ਦੋਵੇਂ ਸੇਮ ਹੋਣਗੇ, ਤਾਂ ਅਸੀਂ ਲਿਖ ਸਕਦੇ ਹਾਂ ਮੈਗਨੈਟਿਕ ਫੀਲਡ ਨੂੰ ਵੀ ਇਹੀ ਚੀਜ਼। ਠੀਕ ਹੈ ਜੀ, ਡੈਫੀਨੇਟਲੀ ਲਿਖ ਸਕਦੇ ਹਾਂ। ਕਿਉਂ ਲਿਖ ਸਕਦੇ ਹਾਂ, ਕਿਉਂਕਿ ਚੇਂਜ ਹੁੰਦਾ ਜਦੋਂ ਉਹਦੇ ਵਿੱਚ
ਤਾਂ ਇਲੈਕਟ੍ਰੀਕਲ એનર્ਜੀ ਦੇ ਕਰਕੇ ਹੀ ਮੈਗਨੈਟਿਕ ਪ੍ਰੋਡਿਊਸ ਹੁੰਦੀ ਆ। ਠੀਕ ਆ, ਜਿੰਨਾ ਚੇਂਜ ਪਹਿਲੇ 'ਚ ਆਊਗਾ ਉਹਨਾਂ ਚੇਂਜ ਹੀ ਉਹਦੇ 'ਚ ਆਊਗਾ, ਤਾਂ ਐਵਰੇਜ ਵੈਲਿਊ ਦੋਵਾਂ ਦੀ ਸੇਮ ਹੋ ਜੂਗੀ। ਠੀਕ ਆ, ਹੁਣ ਆਪਾਂ ਹੁਣੇ ਇੱਕ ਗੱਲ ਕੀਤੀ ਸੀਗੀ, ਇਹਦੀ ਵੈਲਿਊ ਕੱਢਾਂਗੇ। ਤਾਂ E/B ਕਿਹਦੇ ਇਜ਼ ਇਕਸ ਟੂ C ਦੇ, ਤਾਂ એનર્ਜੀ E ਕਿਹਦੇ ਇਜ਼ ਇਕਸ ਟੂ ਆ ਗਿਆ B × C। ਠੀਕ ਆ ਜੀ, ਸਮਝ ਆਈ। ਤਾਂ C ਦੀ ਵੈਲਿਊ ਕਿੰਨੀ ਸੀ 1/μ ਟਾਈਮ μ × ε0 × B। ਇਹ ਵੈਲਿਊ ਚੱਕ ਕੇ ਅਸੀਂ ਇੱਥੇ ਪੁੱਟ ਕਰ ਦਾਂਗੇ। ਕਿਉਂ ਕੀਤੀ? ਕਿਉਂਕਿ ਆਪਾਂ ਮੈਗਨੈਟਿਕ ਫੀਲਡ ਦੀ એનર્ਜੀ ਮੈਗਨੈਟਿਕ ਫੀਲਡ ਦੀ ਫੋਰਮ 'ਚ ਹੀ ਲੈ ਆਉਣੀ ਆ। ਠੀਕ ਆ, μ0 B ਦਾ ਸਕੇਅਰ ਬਾਏ ਇੱਥੇ ਤਾਂ ਕੀ ਆ ਅੰਡਰ ਰੂਟ ਕੱਟ ਹੋ ਜੂ, μ0 ਤੇ ε0 ਰਹਿ ਜੂਗਾ। ਠੀਕ ਹੈ, ਆ ਮੈਂ ਕੁਛ ਗਲਤ ਕਰ ਗਿਆ, ਉਹ ਸੌਰੀ, ਇੱਥੇ ਇਲੈਕਟ੍ਰੀਕਲ ਪਰਮਿਟਿਵਿਟੀ ਹੁੰਦੀ ਆ, ਇੱਥੇ ਕੀ ਹੁੰਦੀ ਆ ਇਲੈਕਟ੍ਰੀਕਲ ਪਰਮਿਟਿਵਿਟੀ। ਕੱਟ ਹੋ ਗਿਆ, ਤਾਂ ਮੇਰੇ ਕੋਲ ਵੈਲਿਊ ਕੀ ਆ ਗਈ 1/2 B ਸਕੇਅਰ μ0। ਠੀਕ ਹੈ ਜੀ, ਤਾਂ ਇਹ ਵੀ ਯਾਦ ਰੱਖਣਾ ਤੁਸੀਂ। ਹੁਣ ਇਹਦੀ ਵੈਲਿਊ ਵੀ ਯਾਦ ਰੱਖਣੀ ਆ B ਸਕੇਅਰ ਬਾਏ μ। ਠੀਕ ਹੈ ਜੀ, ਸਮਝ ਲੱਗ ਗਈ। ਹਾਂਜੀ, ਨੈਕਸਟ ਕੀ ਹੈ ਜੀ, ਇਹ ਸਾਰਾ ਕੰਸੈਪਟ ਮੈਂ ਤੁਹਾਨੂੰ ਦੱਸਤਾ ਮੈਕਸਵੈਲ ਨੇ ਦਿੱਤਾ ਸੀਗਾ। ਹੁਣ ਕੀ ਆ ਇਲੈਕਟ੍ਰੋਮੈਗਨੈਟਿਕ ਵੇਵਸ ਦਾ ਕੰਸੈਪਟ ਤਾਂ ਉਹਨੇ ਦੇਤਾ, ਤਾਂ ਫਿਰ ਉਹਨੇ ਕੀ ਕੀਤਾ, ਜਿਹੜਾ ਆਪਾਂ ਗੱਲ ਕਰ ਲਈ ਸੀਗੀ ਵੀ ਜਿਵੇਂ ਜਿਵੇਂ ਇਲੈਕਟ੍ਰੀਕਲ ਫੀਲਡ ਦੀ ਵੈਲਿਊ ਚੇਂਜ ਹੁੰਦੀ ਆ ਮੈਗਨੈਟਿਕ ਫੀਲਡ ਦੀ ਵੈਲਿਊ ਵੀ ਚੇਂਜ ਹੁੰਦੀ ਆ। ਤਾਂ ਹੁਣ ਜਿੰਨਾ ਵੀ ਇਲੈਕਟ੍ਰੀਕਲ ਫੀਲਡ ਹੁਣ ਤੱਕ ਕੀਤਾ ਅਸੀਂ ਅਤੇ ਜਿੰਨਾ ਵੀ ਮੈਗਨੈਟਿਕ ਫੀਲਡ ਕੀਤਾ, ਉਹ ਸਾਰੀ ਚੀਜ਼ ਨੂੰ ਉਹਨੇ ਇੱਕ ਵਾਈਂਡ ਅਪ ਕਰਤਾ। ਠੀਕ ਆ, ਆਪਦੀਆਂ ਕੁਛ ਇਕੁਏਸ਼ਨਸ ਦੇ ਕੇ। ਠੀਕ ਆ, ਮੈਕਸਵੈਲ ਇਕੁਏਸ਼ਨਸ ਵੈਸੇ ਤਾਂ ਆਪਾਂ ਸਾਰੀਆਂ ਪੜ੍ਹੀਆਂ, ਬਸ ਤੁਸੀਂ ਯਾਦ ਹੀ ਰੱਖਣੀਆਂ। ਮੈਕਸਵੈਲਸ ਇਕੁਏਸ਼ਨਸ। ਠੀਕ ਆ, ਉਹਨੇ ਇਲੈਕਟ੍ਰੀਕਲ ਫੀਲਡ ਅਤੇ ਮੈਗਨੈਟਿਕ ਫੀਲਡ ਦੇ ਹੋਲ ਕਨਸੈਪਟ ਨੂੰ ਇਹਦੇ ਵਿੱਚ ਐਡ ਕਰਨ ਦੀ ਕੋਸ਼ਿਸ਼ ਕੀਤੀ ਆ ਆਪਦੀਆਂ ਚਾਰਾਂ ਇਕੁਏਸ਼ਨਸ ਦੇ ਵਿੱਚ। ਜਾਂ ਕਹਿ ਦਈਏ ਆਪਾਂ ਆਪਦੇ ਚਾਰੇ ਲੌਸ ਦੇ ਵਿੱਚ। ਠੀਕ ਆ, ਤਾਂ ਕੀ ਸੀਗੀ, ਪਹਿਲੀ ਤਾਂ ਅਸੀਂ ਗੌਸ ਥਿਊਰਮ ਕੀਤੀ ਸੀਗੀ, ਗੌਸਿਸ ਥਿਊਰਮ, ਸਪੈਲਿੰਗ ਚੈੱਕ ਕਰ ਲਿਓ, ਗੌਸਿਸ ਥਿਊਰਮ। ਇਹ ਕਿਹੜੇ ਕੇਸ 'ਚ ਕੀਤੀ ਸੀ? ਇਲੈਕਟ੍ਰੀਕਲ ਫਲਕਸ ਦੇ ਕੇਸ ਦੇ ਵਿੱਚ ਆਪਾਂ ਕੀ ਗੱਲ ਕੀਤੀ ਸੀਗੀ ਵੀ ਲਾਈਨ ਇੰਟੈਗਰਲ ਸਰਫੇਸ ਇੰਟੈਗਰਲ ਆਫ ਇਲੈਕਟ੍ਰੀਕਲ ਫੀਲਡ ਉਹ ਕਿਹਦੇ ਇਜ਼ ਇਕਸ ਟੂ ਹੋਊਗਾ 1/μ ਟਾਈਮਸ ਆਫ ਚਾਰਜ ਦੇ। ਠੀਕ ਆ, ਇਹ ਕੀ ਆ, ਇਹ ਉਹਦੀ ਫਸਟ ਇਕੁਏਸ਼ਨ ਹੈ। ਠੀਕ ਆ, ਇਹ ਮੈਕਸਵੈਲ ਨੇ ਆਪਦੀ ਫਸਟ ਇਕੁਏਸ਼ਨ ਇਹ ਰੱਖੀ ਸੀਗੀ, ਫਸਟ ਇਕੁਏਸ਼ਨ ਆਫ ਮੈਕਸਵੈਲ। ਠੀਕ ਹੈ ਜੀ, ਇਹ ਕਾਹਦੇ ਕੇਸ 'ਚ ਸੀ? ਇਲੈਕਟ੍ਰੀਕਲ ਫੀਲਡ ਦੇ ਕੇਸ ਦੇ ਵਿੱਚ। ਠੀਕ ਆ, ਜੇ ਆਪਾਂ ਗੱਲ ਕਰ ਲਈਏ ਗੌਸ ਥਿਊਰਮ ਮੈਗਨੈਟਿਕ ਫੀਲਡ ਦੇ ਕੇਸ 'ਚ, ਤਾਂ ਉਹ ਕੀ ਹੁੰਦਾ ਸੀ ਆ B.ds ਇਜ਼ ਇਕਸ ਟੂ 0। ਕਿਉਂਕਿ ਸੈਪਰੇਟ ਚਾਰਜ ਤਾਂ ਐਗਜ਼ਿਸਟ ਕਰਦਾ ਸੀ, ਸੈਪਰੇਟ ਪੋਲ ਐਗਜ਼ਿਸਟ ਨਹੀਂ ਕਰਦਾ ਸੀ, ਤਾਂ ਕਰਕੇ ਸਰਫੇਸ ਇੰਟੈਗਰਲ ਆਫ ਮੈਗਨੈਟਿਕ ਫੀਲਡ ਕੀ ਲਿਖ ਦਿੰਦੇ ਹੁੰਦੇ ਸੀ ਅਸੀਂ 0। ਠੀਕ ਹੈ ਜੀ, ਇਹ ਕੀ ਆ, ਇਹ ਉਹਦੀ ਸੈਕਿੰਡ ਇਕੁਏਸ਼ਨ ਸੀਗੀ। ਆ ਕੀ ਸੀ ਉਹਦੀ ਸੈਕਿੰਡ ਇਕੁਏਸ਼ਨ। ਠੀਕ ਹੈ ਜੀ, ਥਰਡ ਇਕੁਏਸ਼ਨ ਕੀ ਸੀਗੀ, ਜਿਹੜਾ ਫੈਰਾਡੇ ਰੂਲ ਕੀਤਾ ਸੀ ਆਪਾਂ। ਠੀਕ ਆ, ਫੈਰਾਡੇ ਰੂਲ। ਫੈਰਾਡੇ ਲਾਅ ਕੀ ਕਹਿੰਦਾ ਸੀ? ਉਹ ਕਹਿੰਦਾ ਸੀ ਜਿਹੜੀ EMF ਦੀ ਪ੍ਰੋਡਕਸ਼ਨ ਹੁੰਦੀ ਆ ਉਹ ਡਿਪੈਂਡ ਕਿਹਦੇ ਇਕੁਅਲ ਹੁੰਦੀ ਆ, ਦਾ ਰੇਟ ਆਫ ਚੇਂਜ ਆਫ ਮੈਗਨੈਟਿਕ ਫਲਕਸ।
ठीक है जी। तो की होंदी आ ये द रेट ऑफ चेंज ऑफ मैगनैटिक फ्लक्स, तो मूहरे साइन एक माइनस का आउंदा हुंदा सी। ये माइनस का साइन क्यों आउंदा हुंदा सीगा जी, क्योंकि इहदा ही डायरैक्शन की हुंदी सीगी ओपोजिट हुंदी सीगी। किहदे ओपोजिट, जिहड़ा रीजन बनदा हुंदा सीगा EMF प्रोड्यूस होण दे। ठीक है जी। वो की किहड़ा रीजन बनदा हुंदा सी, वो आपां उत्थे पढ़िया। हाँ जी, इत्थों तक पता लग्या। हुण उन्हें कुछ चेंज किया सी, वो फैराडे ने एक गल होर कही सी भी जिहड़ी ये EMF आ जिहड़ी साडी प्रोड्यूस हुंदी, ठीक आ, ये EMF प्रोड्यूस काहदे करके हुंदी सीगी, जदों उत्थे करंट प्रोड्यूस हुंदा सीगा, इट मीनस उत्थे इलैक्ट्रिकल फील्ड दी वैल्यू दे विच चेंज हुंदा सीगा। तां ठीक आ, तां उन्हें कहता सीगा जिहड़ी ये EMF आ वो किहदे इक्वल होगी, साडी लाइन इंटैगरल ऑफ इलैक्ट्रिकल फील्ड। इट मीनस ये किहदे इक्वल हो गया, फाई म्यू टाइम्स ऑफ करंट। ये की होगी उसदी थर्ड इक्वेशन। ठीक है जी, थर्ड इक्वेशन। तो फोर्थ इक्वेशन तो हुणे हुणे जिहड़ी आपां करके हटे हाँ, मॉडिफाइड फॉर्म ऑफ एम्पीयर सर्किट। ठीक है, मॉडिफाइड फॉर्म ऑफ एम्पीयर सर्किट लो। की कीता हुणे आपां कीता लाइन इंटैगरल ऑफ मैगनैटिक फील्ड, वो किहदे इक्वल है, म्यू टाइम्स ऑफ कंडक्शन करंट प्लस डिस्प्लेसमेंट करंट। ठीक है जी। इलैक्ट्रिकल फील्ड का लाइन इंटैगरल ये इक्वल सी, मैगनैटिक फील्ड का ये इक्वल आ। ठीक है जी। तो उपर पहलियां दोवां च उन्हें सरफेस इंटैगरल की गल की, तो मगरलियां दोवां दे विच लाइन इंटैगरल की। ये इहदी फोर्थ इक्वेशन है जी। ठीक है, ये तुसी इक्वेशनां सारियां लर्न करनियां, क्योंकि ये बेस ते नमैरिकल भी आ जांदा ते ये सिद्धियां भी हुण MCQ दे विच पै सकदियां। सब तो इंपॉर्टेंट पार्ट ये आ जे सिलेबस चों नहीं कट्टिया गया। ठीक है जी, ओके, थैंक यू।